ब्रेक तो बाद दर्शकों का स्वागत है। असीं लगातार चर्चा कर रहे हैं बिजली संकट के मुद्दे ते। इस वेले पंजाब दे विच बिजली संकट क्यों गहराया? हुण तक जिहड़ी गलबात हुई है उस चों एक चीज़ तां निकल के स्पष्ट सामने आई है कि पंजाब दे विच बिजली की कमी नहीं है। जिन्नी बिजली पीक समय दे विच पंजाब नूं लोड़ींदी है उन्नी बिजली पंजाब कोले है, पर असीं अपने सिस्टम नूं दुरुस्त नहीं कर पाए, असीं अपनी ट्रांसमिशन प्रॉब्लम नूं ठीक नहीं कर पाए। इस करके सानूं इस वेले इन्हां प्रॉब्लम्स दे नाल दो चार होना पै रहा है। मेहमान साडे नाल जुड़े हुए ने विरसा सिंह अकाली दल तो, कांग्रेस पार्टी तो एडवोकेट सुरजीत सिंह स्वैज साहब, हरिंदर लखोवाल जी जुड़े ने किसान आगू, और इंजीनियरिंग एसोसीएशन तो साडे नाल दर्शन भुल्लर साहब जुड़े हुए ने। जिहड़ी गल भुल्लर साहब कर रहे सी स्वैज साहब जी 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 तुसी मैनूं लगदा है उस पॉइंट्स नूं पकड़ पाए हो, फॉलो कर पाए हो कि इस वेले साडी जिहड़ी असली कमी है या जिहड़ी जाड़ा वो कित्थे है? जिवें लखोवाल साहब भी कह रहे सी भी बिजली सरप्लस ते असीं हाँ, पर असीं उहनूं दे नहीं पाउंदे लोकां नूं। नहीं देखो, भुल्लर साहब दी गल्लां ਜਿਹੜੀਆਂ ਨੇ ਉਹ बेशक टैक्नीकल सी, लेकिन मैं ਉਹਨਾਂ ਨੂੰ कोशिश कर ਰਿਹਾ एक्सप्लेन ਕਰਨ ਦੀ जी कि देखो अपने इंडिया दे विच ਜਿਹੜੀ एवरेज ट्रांसमिशन ते डिस्ट्रीब्यूशन लॉसिस ने वो तकरीबन 22% ते ने, ਤੇ ਪੰਜਾਬ ਦੀਆਂ ਜਿਹੜੀ ਹੈਗੀ ਹੈ ਇਹ ਆਪਣੇ ਕੁਝ ਏਰੀਆ ਦੇ ਵਿੱਚ 11.5% ਦੇ ਆਸ-ਪਾਸ ਹੈਗੀ ਹੈ, ਤੇ ਬਾਰਡਰ ਏਰੀਆ ਦੇ ਵਿੱਚ 22% ਹੈਗੇ। ਬਾਰਡਰ ਜ਼ੋਨ ਦੇ ਵਿੱਚ ਸਾਡੇ ਨਾਲ ਦਾ ਜਿਹੜਾ ਗਵਾਂਢੀ ਸੂਬਾ ਹੈਗਾ ਉਹਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਹੈਗੀ ਲਾਸ, ਉਹ 16% ਦੇ ਸੀਗੀ ਪਿਛਲੇ ਸਾਲ, ਉਹਨਾਂ ਨੇ ਘਟਾ ਕੇ ਹੁਣ ਤਕਰੀਬਨ 13.5% ਦੇ ਨੇੜੇ ਲੈ ਕੇ ਆਂਦੀ ਹੈਗੀ ਹੈ। ਇਹਦੇ ਕਾਰਨ ਕਈ ਨੇ, ਭੁੱਲਰ ਸਾਹਿਬ ਨੂੰ ਜ਼ਿਆਦਾ ਪਤਾ ਹੈ। ਇੱਕ ਤਾਂ ਦੇਖੋ ਲਾਈਨਾਂ ਦਾ ਫਾਲਟ ਵੀ ਹੈਗਾ, ਇੱਕ ਜਿਹੜਾ ਮੇਜਰ ਫਾਲਟ ਹੋਰ ਹੈਗਾ ਉਹ ਬਿਜਲੀ ਦੀ ਚੋਰੀ ਦਾ ਵੀ ਹੈਗਾ। ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵੀ ਬਹੁਤ ਬਿਜਲੀ ਚੋਰੀ ਹੁੰਦੀ ਹੈ, ਬਹੁਤ ਜ਼ਿਆਦਾ ਲੈਵਲ ਤੇ। ਮੇਰੇ ਕੋਲ ਅੰਕੜੇ ਵੀ ਹੈਗੇ ਆ ਕਿਹੜੇ ਏਰੀਆ ਦੀ ਜ਼ਿਆਦਾ ਚੋਰੀ ਹੁੰਦੀ ਹੈਗੀ ਹੈ, ਤੇ ਬਾਰਡਰ ਜ਼ੋਨ ਦੇ ਵਿੱਚ ਜਿਹੜਾ ਹੈਗਾ ਉਹ 22% ਦਾ ਜਿਹੜਾ ਟਰਾਂਸਮਿਸ਼ਨ ਲੌਸਿਸ ਦਾ ਕਾਰਨ ਜਾਂ ਡਿਸਟ੍ਰੀਬਿਊਸ਼ਨ ਲੌਸਿਸ ਹੈਗਾ ਉਹ ਮੇਜਰ ਕਾਰਨ ਹੈਗਾ। ਪਰ ਸਵਾਲ ਇਹ ਹੈ ਸਵੈਜ ਸਾਹਿਬ ਵੀ ਜਿਵੇਂ ਬਲਟੋਆ ਸਾਹਿਬ ਕਹਿ ਰਹੇ ਸੀਗੇ ਕਿ ਚਲੋ ਉਹ ਇੱਕ ਵੱਖਰਾ ਮੁੱਦਾ ਹੈ, ਪ੍ਰਾਈਵੇਟ ਥਰਮਲ ਪਲਾਂਟ ਬਣ ਗਏ, ਮਹਿੰਗੀ ਬਿਜਲੀ ਹੈ ਜੋ ਬਿੱਲ ਲੋਕਾਂ ਨੂੰ ਦੇਣੇ ਪੈ ਰਹੇ ਹੈ, पर बिजली की कमी कोई नहीं है। कमी तो है नहीं कि बिजली की पूर्ति है। फिर असी 4.5 साल दे विच सिस्टम नूं क्यों नहीं दुरुस्त कर पाए? सवाल यह है सर, जिहड़ा ट्रांसमिशन ते डिस्ट्रीब्यूशन लॉसिस आ एक पार्ट हैगा। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਅਕਾਲੀ ਦਲ ਨੇ ਇਹ ਐਗਰੀਮੈਂਟਸ ਕੀਤੇ ਹੈ, ਸਮਝੌਤੇ ਕੀਤੇ ਇਹਦੇ ਨਾਲ, ਜਿਹੜੇ 3 ਐਗਰੀਮੈਂਟਸ ਹੈਗੇ ਨੇ, 3 ਪਾਵਰ ਪਲਾਂਟ ਲਾਏ ਨੇ, ਠੀਕ ਲੈ ਨੋ, ਬਿਲਕੁਲ ਨਹੀਂ ਹੈਗਾ। ਇਹ ਮੈਂ ਫੇਰ ਕਹਿ ਰਿਹਾ, ਇਹ ਚਿੱਟੇ ਹਾਥੀ ਨੇ ਜਿਨ੍ਹਾਂ ਨੂੰ ਸਾਨੂੰ ਹਜ਼ਾਰਾਂ ਕਰੋੜ ਦੇ ਵਿੱਚ ਫਿਕਸ ਚਾਰਜਿਸ ਦੇਣੇ ਪੈਂਦੇ ਨੇ। ਹੁਣ ਤਾਂ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨਾ ਕਿ ਜਿਹੜੇ ਐਗਰੀਮੈਂਟ ਦੇ ਵਿੱਚ ਕਿੰਨੇ ਲੂਪ ਹੋਲਸ ਨੇ। ਸਾਨੂੰ ਕੋਲੇ ਦੀ ਧੁਆਈ ਦਾ ਪੈਸਾ ਐਕਸਟਰਾ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਚਲੇ ਗਏ, ਉਹ ਉੱਥੇ ਦੇਣਾ ਪੈਂਦਾ ਸਾਨੂੰ। ਜੋ ਇਹਨਾਂ ਨੇ ਲੂਪ ਹੋਲ ਰੱਖੇ ਹੋਏ, ਸੁਪਰੀਮ ਕੋਰਟ ਨੇ ਸਪੈਸ਼ਲ ਲਿਖਿਆ ਵਿੱਚ, ਇਹਨਾਂ ਨੇ ਇੱਥੇ ਇਹ ਲੂਪ ਹੋਲ ਰੱਖੇ ਹੋਏ ਨੇ। ਜੋ ਜਿਹੜੇ ਬਿਜਲੀ ਦੀ ਕੰਪਨੀਆਂ ਨੇ, ਇਹ ਪ੍ਰਾਈਵੇਟ ਕੰਪਨੀਆਂ ਨੇ, ਇਹ ਉਹਦਾ ਦਾ ਨਜਾਇਜ਼ ਫਾਇਦਾ ਲੈ ਰਹੀਆਂ ਨੇ ਇਹ। ਸੋ ਕਿਸੇ ਵੀ ਤਰ੍ਹਾਂ ਜਿਹੜੇ ਹੈਗੇ ਆ ਇਹ ਠੀਕ ਨਹੀਂ ਸੀਗੇ। ਇਸ ਕਰਕੇ ਆਪਾਂ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ, ਤੇ ਹਜ਼ਾਰਾਂ ਕਰੋੜ ਤਕਰੀਬਨ ਆਪਾਂ ਨੂੰ 60-65 ਹਜ਼ਾਰ ਕਰੋੜ ਜਿਹੜਾ ਟੋਟਲ 20 ਸਾਲ ਦੇ 21 ਸਾਲ ਦੇ ਵਿੱਚ ਦੇਣਾ ਪੈਣਾ ਹੈ। ਥੋੜੇ ਤੋਂ ਮੈਂ ਜਵਾਬ ਚਾਹੂੰਗਾ ਜਿਹੜੀਆਂ ਇਸ ਤੋਂ ਬਚ ਨਹੀਂ ਸਕਦਾ ਹੈਗਾ। ਸਾਹਿਬ ਨੇ ਵੀ ਦੱਸੀਆਂ ਨੇ ਔਰ ਜਿਹੜੀ ਗੱਲ ਸਵੈਜ ਸਾਹਿਬ ਵੀ ਕਹਿ ਰਹੇ ਨੇ। ਦੇਖੋ ਵਿਜੇ ਜੀ, ਮੇਰੀ ਮੋਟੀ ਜੀ ਗੱਲ ਜਿਹੜੀ ਹੈ, ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੰਦਾ। ਸਭ ਤੋਂ ਪਹਿਲੀ ਤੇ ਗੱਲ ਜਿਹੜੀ ਹੈ ਬੜੀ ਵੱਡੀ ਗੱਲ ਕੀਤੀ ਜਾਂਦੀ ਹੈ। ਮੈਂ ਆ ਰਿਹਾ ਤੁਹਾਡੇ ਕੋਲੇ। ਪੰਜਾਬ ਦੇ ਵਿੱਚ 11% ਆ, ਹਾਂਜੀ ਮੇਰੀ ਬੇਨਤੀ ਹੈ 22% ਨੇ। ਪੰਜਾਬ ਦੇ ਵਿੱਚ 30% ਲੌਸਿਸ ਹੋਣਗੇ, ਕਿਉਂਕਿ ਇਹ ਜਿਹੜੀ ਸਬਸਿਡੀ ਤੇ ਸਾਡੇ ਲੌਸਿਸ ਪਾ ਦਿੰਦੇ ਆ। ਚਲੋ ਬਲਟੋਆ ਸਾਹਿਬ ਇਹਨਾਂ ਨੂੰ ਕਹਿ ਲੈਣ ਦਿਓ ਗੱਲ, ਫਿਰ ਦੁਬਾਰੇ ਆ ਦੇ ਕਨੈਕਸ਼ਨਾਂ ਤੇ ਲੌਸਿਸ ਪਾ ਦਿੰਦੇ ਨੇ। ਤੇ ਦੂਸਰਾ ਇਹਨਾਂ ਨੂੰ ਮੈਂ ਦੱਸ ਦਵਾਂ, ਇਹਨਾਂ ਦੇ ਕੋਈ ਬੰਦਾ ਨਹੀਂ ਭਰਤੀ ਕੀਤਾ, ਕੋਈ ਬੰਦਾ ਨਹੀਂ। ਜਿਹੜਾ ਵੀ ਕੋਈ ਅਸੀਂ ਕੰਮ ਕੋਈ ਵੀ ਕੰਮ ਅਸੀਂ ਕਰਾਉਣਾ ਆਪਦਾ ਪੈਸੇ ਦੇ ਕੇ ਕਰਾਉਨੇ ਆ। ਤੀਸਰੀ ਇਹਨਾਂ ਦੀ ਮਿਸਮੈਨੇਜਮੈਂਟ। ਠੀਕ ਹੈ, ਅਸੀਂ ਸੋਲਰ ਬੜੇ ਲਾਏ ਆ, ਅਸੀਂ ਘਰਾਂ 'ਚ ਬਹੁਤ ਲੋਕਾਂ ਨੇ ਲਾਇਆ, ਜਿਨ੍ਹਾਂ ਨੂੰ ਮਰਜ਼ੀ ਫੋਨ ਕਰਕੇ ਪੁੱਛ ਲਓ, ਕਿਸੇ ਨੂੰ ਬਿੱਲ ਨਹੀਂ ਆਉਂਦਾ। ਮੈਂ ਆਪਦੇ ਘਰ ਤੇ ਲਾਇਆ, ਮੈਨੂੰ ਸਾਲ ਹੋ ਗਿਆ, ਬਿੱਲ ਨਹੀਂ ਆਉਂਦਾ। ਮੈਂ ਫੋਨ ਕਰ ਥੱਕ ਗਿਆ ਵੀ ਉਹ ਬਿੱਲ ਤਾਂ ਭੇਜ ਦਿਓ, ਕੋਈ ਮੀਟਰ ਰੀਡਿੰਗ ਤਾਂ ਦੇਖ ਜਾਓ। ਪਰ ਇਹਨਾਂ ਦੀ ਮਿਸਮੈਨੇਜਮੈਂਟ, ਇਹਨਾਂ ਦੇ ਬੰਦੇ ਹੀ ਨਹੀਂ ਕੁਆਲੀਫਾਈਡ ਜਿਹੜੇ ਉਹ ਮੀਟਰ ਦੇਖ ਸਕਣ। ਇਸ ਲਈ ਇਹ ਬਿਜਲੀ ਬੋਰਡ ਦਾ ਤੇ ਸਰਕਾਰ ਦਾ ਵੱਡਾ ਜਿਹੜਾ ਨੁਕਸ਼ਾ, ਜਿਹੜਾ ਇਹਨਾਂ ਨੇ ਇਹ ਬਿਜਲੀ ਸਾਨੂੰ 2 ਘੰਟੇ ਆਉਂਦੀ ਆ, ਕਦੇ 3 ਘੰਟੇ ਆਉਂਦੀ ਆ। ਜਿਹੜੀਆਂ ਲਾਈਨਾਂ ਵੀ ਨੇ, ਜਿਹੜੇ ਟੈਕਨੀਕਲ ਬੰਦੇ ਬੈਠੇ ਨੇ, ਜੇ ਤੁਸੀਂ ਅੱਜ ਲਾਈਨਾਂ ਨੇ ਜਿਹੜੀਆਂ ਸਾਡੀਆਂ ਖੇਤਾਂ 'ਚ ਖੜੀਆਂ ਤੇ ਸਾਰੀਆਂ ਪੱਟ ਕੇ ਸਿੱਧੀਆਂ ਕਰ ਲਓ, ਅੱਧੇ ਖੰਭੇ ਵੱਜ ਜਾਣਗੇ, ਅੱਧੇ ਟਰਾਂਸਫਾਰਮਰ ਵੱਜ ਜਾਣਗੇ, ਅੱਧੀਆਂ ਤਾਰਾਂ ਵੱਜ ਜਾਣਗੀਆਂ। ਇਹ ਇੰਨੀਆਂ ਵਿੰਗੀਆਂ ਟੇਢੀਆਂ ਲਾਈਨਾਂ ਨੇ ਤੇ ਇੰਨੀਆਂ ਢਿੱਲੀਆਂ ਲਾਈਨਾਂ ਨੇ
ਉਹਦੇ ਕਰਕੇ ਲਾਸਸ ਹੋ ਰਹੇ ਨੇ। ਇਹਨਾਂ ਨੂੰ ਆਪਦੀ ਗੱਲ ਸਮਝਣੀ ਚਾਹੀਦੀ ਆ। ਬਿਜਲੀ ਸਰਪਲਸ ਆ, ਐਵੇਂ ਨਹੀਂ ਕਹਿਣਾ ਚਾਹੀਦਾ ਵੀ ਫਲਾਣੇ ਨੇ ਖਰੀਦ ਲਈ, ਫਲਾਣੇ ਨੇ। ਗੱਲ ਸਿੱਧੀ ਆਓ ਵੀ ਬਿਜਲੀ ਸਾਨੂੰ ਕਿਵੇਂ ਦੇਣੀ ਆ ਤੇ ਕਿਸ ਤਰ੍ਹਾਂ ਦੇਣੀ ਆ। ਗੱਲ ਇਹਦੇ ਤੇ ਖੜੀ ਆ ਹੁਣ। ਸਾਨੂੰ ਨਹੀਂ ਪਤਾ ਕਿੱਥੋਂ ਲਿਆਓ ਬਿਜਲੀ। ਠੀਕ ਹੈ ਬਲਟੋਆ ਸਾਹਿਬ, ਹੁਣ ਤੁਸੀਂ ਆਪਦੀ ਗੱਲ ਕਹਿ ਸਕਦੇ ਚਾਹੀਦੀ ਆ। ਦੇਖੋ ਵਿਜੇਪਾਲ ਜੀ 2 ਮਿੰਟ ਮੈਨੂੰ ਦੇ ਦਿਓ ਜੀ। ਜੀ ਸਭ ਤੋਂ ਪਹਿਲੀ ਗੱਲ ਹੈ ਕਿ ਪਾਵਰ ਜਨਰੇਸ਼ਨ ਇੱਕ ਵੱਖਰਾ ਵਿਸ਼ਾ ਹੈ, ਉਹ ਜਨਰੇਟ ਹੋ। ਠੀਕ ਹੈ। ਉਸ ਤੋਂ ਬਾਅਦ ਟ੍ਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਜੀ, ਇਹ ਸਮੇਂ-ਸਮੇਂ ਤੇ ਸੁਧਾਰ ਮੰਗਦੇ ਹੈ, ਹਰ ਛਮਾਈ ਸੁਧਾਰ ਮੰਗਦੇ ਹੈ। ਅੱਜ ਆਹ ਫੀਡਰ ਮੰਗ ਰਿਹਾ ਹੈ, ਅੱਜ ਕੱਲ ਆਹ ਫੀਡਰ ਮੰਗ ਰਿਹਾ ਹੈ, ਅੱਜ ਆਹ ਜਿਹੜਾ ਹੈ ਸਬ ਡਿਵੀਜ਼ਨ ਦੇ ਵਿੱਚ ਲੱਗਾ ਹੋਇਆ ਟਰਾਂਸਫਾਰਮਰ ਮੰਗ ਰਿਹਾ ਹੈ, ਉਹਦੀ ਸੁਧਾਰ ਦੀ ਲੋੜ ਹੈ। ਇਹ ਸਮੇਂ-ਸਮੇਂ ਤੇ ਕਰਨੇ ਪੈਂਦੇ ਹੈ। ਠੀਕ ਹੈ। ਤੇ ਮੇਰਾ ਖਿਆਲ ਹੈ ਕਿ ਟ੍ਰਾਂਸਮਿਸ਼ਨ ਸਿਸਟਮ ਨੂੰ ਲੈ ਕੇ, ਡਿਸਟ੍ਰੀਬਿਊਸ਼ਨ ਸਿਸਟਮ ਨੂੰ ਲੈ ਕੇ, ਬਿਜਲੀ ਸੁਧਾਰਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਸਵੈ ਸਾਹਿਬ ਸਾਬਤ ਕਰ ਦੇਣ ਕਿ 4.5 ਸਾਲਾਂ ਦੇ ਵਿੱਚ ਬਿਜਲੀ ਬੋਰਡ ਨੇ ਜਾਂ ਪਾਵਰ ਕਾਰਪੋਰੇਸ਼ਨ ਨੇ ਜਾਂ ਪੰਜਾਬ ਸਰਕਾਰ ਨੇ ਕੀਤਾ ਆ, ਇਹ ਸਹੀ ਤੇ ਮੈਂ ਝੂਠਾ। ਚਲੋ ਦੂਸਰੀ ਗੱਲ ਜਿਹੜੀ ਹੈ, ਹਾਂਜੀ ਇੱਕ ਮੈਨੂੰ ਗੱਲ ਪੂਰੀ ਕਰ ਲੈਂਦੇ। ਹੁਣ ਸਭ ਤੋਂ ਵੱਡੀ ਗੱਲ ਇਹ ਨਾ ਗੱਲ ਕੋਲ ਵਾਸ਼ਿੰਗ ਵਾਲੀ। ਹੁਣ ਕੋਲ ਵਾਸ਼ਿੰਗ ਨੂੰ ਲੈ ਕੇ ਇੱਕ ਕੰਪਨੀ ਜਿਹੜੀ ਆ ਪੰਜਾਬ ਰੈਗੂਲੇਟਰੀ ਕਮਿਸ਼ਨ ਕੋਲੇ ਜਾਂਦੀ ਆ ਕਿ ਸਾਨੂੰ ਕੋਲ ਵਾਸ਼ਿੰਗ ਦੇ ਜਿਹੜੇ ਆ, ਪੰਜਾਬ ਸਰਕਾਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਾਨੂੰ ਜਿਹੜੀ ਚਾਰਜੇਜ ਨਹੀਂ ਦਿੰਦੀ, ਸਾਡਾ ਹੱਕ ਬਣਦਾ ਆ। ਠੀਕ ਹੈ। ਔਰ ਰੈਗੂਲੇਟਰੀ ਕਮਿਸ਼ਨ ਕੋਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਕੇਸ ਫਾਈਟ ਕਰਦੀ ਹੈ। ਠੀਕ ਹੈ। ਔਰ ਉੱਥੇ ਉਹਨਾਂ ਨੂੰ ਹਰਾਉਂਦੀ ਹੈ ਕੰਪਨੀ। ਉਸ ਤੋਂ ਬਾਅਦ ਉਹ ਕੰਪਨੀ ਜਿਹੜੀ ਹੈ ਨੈਸ਼ਨਲ ਰੈਗੂਲੇਟਰੀ ਕਮਿਸ਼ਨ ਕੋਲੇ ਦਿੱਲੀ ਜਾਂਦੀ ਹੈ, ਉੱਥੇ ਆ ਕੇ ਅਪੀਲ ਪਾਉਂਦੀ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਹੈ ਡਟ ਕੇ ਲੜਾਈ ਲੜਦੀ ਹੈ ਔਰ ਉੱਥੇ ਫਿਰ ਕੰਪਨੀ ਨੂੰ ਹਰਾਉਂਦੀ ਹੈ। ਉਹ ਫਿਰ ਅਖੀਰ ਅਪੀਲ ਚ ਚੱਲ ਜਾਂਦੇ ਸੁਪਰੀਮ ਕੋਰਟ। ਤੇ ਸੁਪਰੀਮ ਕੋਰਟ ਹੋਇਆ ਕਿ ਅੰਡਰ ਦੀ ਟੇਬਲ ਪੈਸੇ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਹੀ ਫਾਈਟ ਨਹੀਂ ਕੀਤਾ ਤੇ ਉਹਨਾਂ ਦੇ ਹੱਕ 'ਚ ਹੋਏ ਤੇ ਕੋਲ ਵਾਸ਼ਿੰਗ ਦੇ ਚਾਰਜ ਜਿਹੜੇ ਆ ਬਿਨਾਂ ਕਿਸੇ ਕਾਰਨ ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਜਿਹੜਾ ਐਡਾ ਵੱਡਾ ਬੋਝ ਝੱਲਣਾ ਪਿਆ। ਇਸ ਕਰਕੇ ਜਿਹੜੀਆਂ ਕਤਾਈਆਂ ਆਪਦੀਆਂ ਗਣਾ, ਆਪਦੇ ਪਾਪ, ਆਪਦੇ ਭੁੱਲਰ ਸਾਹਿਬ ਇਹਦੇ ਤੇ ਹੋਰ ਬਿਹਤਰ ਚਾਨਣਾ ਪਾ ਸਕਦੇ ਆ। ਭੁੱਲਰ ਸਾਹਿਬ ਤੁਸੀਂ ਸੁਣਿਆ ਹੋਣਾ ਬਾਕੀ ਜਿਹੜੇ ਗੈਸਟ ਨੇ ਜੋ ਗੱਲਬਾਤ ਕੀਤੀ ਹੈ। ਭੁੱਲਰ ਸਾਹਿਬ ਜੁੜੇ ਹੋਏ ਹੋ? ਹਾਂਜੀ ਬਿਲਕੁਲ ਜੁੜਿਆ ਹਾਂ ਮੈਂ ਜੀ। ਤੁਹਾਡੇ ਤੋਂ ਮੈਂ ਭੁੱਲਰ ਸਾਹਿਬ ਇਸ ਤੇ ਟੈਕਨੀਕਲ ਜ਼ਰੂਰ ਮੈਂ ਚਾਹੂੰਗਾ, ਕਿਉਂਕਿ ਇਸ ਵੇਲੇ ਆਪਣੀ ਕੋਸ਼ਿਸ਼ ਇਹ ਹੈ ਵੀ ਅਸਲ ਜੜ ਕੀ ਹੈ ਸਮੱਸਿਆ ਦੀ, ਉੱਥੋਂ ਤੱਕ ਪਹੁੰਚਿਆ ਵੀ ਜਾ ਸਕੇ ਔਰ ਸ਼ਾਇਦ ਉਸ ਦਾ, ਜੇ ਅਗਰ ਸਰਕਾਰ ਇਸ ਗੱਲ ਨੂੰ ਸੁਣੇ ਤਾਂ ਉਸ ਦਾ ਕੁਝ ਨਾ ਕੁਝ ਸੋਲੂਸ਼ਨ ਨਿਕਲ ਸਕੇ। ਕੋਸ਼ਿਸ਼ ਆਪਣੀ ਇਹੀ ਹੈ। ਇਸ ਕਰਕੇ ਮੈਂ ਤੁਹਾਡੇ ਤੋਂ ਥੋੜੇ ਟੈਕਨੀਕਲ ਪੱਖ ਜ਼ਰੂਰ ਜਾਨਣਾ ਚਾਹਣਾ ਹੈ। ਜਿਹੜੀ ਗੱਲ ਬਾਕੀ ਮਹਿਮਾਨ ਕਰ ਰਿਹਾ ਜਾਂ ਸਵੈਜ ਸਾਹਿਬ ਨੇ ਜਿਹੜੀ ਗੱਲ ਕੀਤੀ ਡਿਸਟ੍ਰੀਬਿਊਸ਼ਨ ਤੇ ਟਰਾਂਸਮਿਸ਼ਨ ਲਾਸਿਸ ਦੀ, ਬਿਲਕੁਲ ਸਰ ਲਾਸਿਸ ਦੀ ਜਿੱਥੋਂ ਤੱਕ ਗੱਲ ਹੈਗੀ ਆ, ਦੇਖੋ ਬਿਲਕੁਲ ਲਾਸਿਸ ਤਾਂ ਪੰਜਾਬ ਦੇ ਵਿੱਚ ਮਤਲਬ ਕਹਿਣ ਦੀ ਗੱਲ ਆ ਕਿ 22% ਕਾਗਜ਼ਾਂ 'ਚ ਜ਼ਰੂਰ ਹੈਗੇ ਔਰ ਜਿਹੜੀਆਂ ਬਾਰਡਰ ਦੀਆਂ ਲਗਭਗ 24 ਡਿਵੀਜ਼ਨਾਂ ਸਾਡੇ ਕੋਲੇ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਲਾਸਿਸ ਹੈਗੇ ਆ ਉਹ 48 ਤੋਂ ਲੈ ਕੇ 70% ਤੱਕ ਹੈਗੇ ਆ ਜੀ। ਔਰ ਉਹਨਾਂ ਵਿੱਚ ਮੇਜਰ ਹਿੱਸਾ ਬਿਜਲੀ ਚੋਰੀ ਦਾ ਹੈਗਾ। ਜੇ ਉਹਨੂੰ ਵੀ ਕੰਟਰੋਲ ਕਰ ਲਿਆ ਜਾਵੇ, 1 ਯੂਨਿਟ ਬਚਾਈਏ ਤਾਂ ਉਹ ਬਿਜਲੀ ਜਨਰੇਸ਼ਨ ਦੇ ਬਰਾਬਰ ਹੀ ਹੋ ਜਾਂਦਾ ਹੁੰਦਾ। ਠੀਕ ਹੈ। ਜਿੱਥੋਂ ਤੱਕ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਜਿਹੜੀ ਬਿਜਲੀ ਸਰਪਲਸ ਦੀ ਗੱਲ ਕਰ ਰਹੇ ਹਾਂ ਆਪਾਂ ਜੀ, ਉਹਦੇ ਵਿੱਚ ਕਿਉਂਕਿ ਬਠਿੰਡੇ ਦਾ ਥਰਮਲ ਕੱਢ ਲਿਆ 440 ਮੈਗਾਵਾਟ ਦਾ ਜੀ, ਔਰ ਰੋਪੜ ਦੇ 2 ਥਰਮਲ ਕੱਢ ਰੱਖੇ ਹੈਗੇ 220 ਮੈਗਾਵਾਟ ਦੇ ਹੈਗੇ ਜਿਹੜੇ, ਤੇ ਇਸ ਕਰਕੇ 800 ਤਕਰੀਬਨ 800 ਮੈਗਾਵਾਟ ਅਸੀਂ ਬਿਜਲੀ ਉਹਦੇ ਵਿੱਚੋਂ ਕੱਢੀ ਬੈਠਾਂਗੇ। 600 ਮੈਗਾਵਾਟ ਦਾ ਜਿਹੜਾ ਤੁਹਾਡਾ 660 ਮੈਗਾਵਾਟ ਤਲਵੰਡੀ ਸਾਬੋ ਬੰਦ ਹੈਗਾ ਜੀ। ਤੋ ਜਨਰੇਸ਼ਨ ਦੇ ਵਿੱਚੋਂ ਜਿਹਨੂੰ ਆਪਾਂ ਸਰਪਲਸ ਬਣਾ ਕੇ ਚੱਲਦੇ ਆ ਉਹਦੇ ਵਿੱਚੋਂ ਵੀ 800 ਤਾਂ ਬੰਦ ਹੀ ਕਰ ਦਿੱਤੇ ਗਏ ਹੈਗੇ ਔਰ ਜਿਹੜੀ 600 ਮੈਗਾਵਾਟ ਦਾ ਫਾਲਟ ਕਰਕੇ ਤਲਵੰਡੀ ਸਾਬੋ ਦਾ ਬੰਦ ਹੈਗਾ। ਇਹ ਸਰਪਲਸ ਆਉਣ ਵਾਲੇ ਸਮੇਂ 'ਚ ਤਾਂ ਹੀ ਰਹੂਗੀ ਜੇਕਰ ਮਤਲਬ ਸਾਡੇ ਜਿਹੜੇ 400 ਮੈਗਾਵਾਟ ਜਿਹੜੀ ਕੱਢੀ ਹੈ ਬਠਿੰਡੇ ਤੋਂ, ਇਹਦੇ ਬਦਲ ਦੇ ਵਿੱਚੋਂ ਕੋਈ ਗਵਰਨਮੈਂਟ ਹੋਰ ਦੇਵੇ ਜਾਂ ਜਿਹੜਾ ਰੋਪੜ ਦੇ ਵਿੱਚੋਂ ਬੰਦ ਕੀਤੇ 2 ਪਲਾਂਟ ਉਹਨਾਂ ਦੇ ਬਦਲ ਦੇ ਵਿੱਚੋਂ ਦੇਵੇ, ਤਾਂ ਹੀ ਅਸੀਂ ਸਰਪਲਸ ਜਾਂ ਪੈਡੀ ਸੀਜ਼ਨ ਨੂੰ ਆਉਣ ਵਾਲੇ ਸਮੇਂ 'ਚ ਮੀਟ ਵਿਦ ਕਰ ਸਕਿਆ ਕਰਾਂਗੇ ਜੀ। ਠੀਕ ਹੈ। ਸੋ ਭੁੱਲਰ ਸਾਹਿਬ ਹੁਣ ਜਿਵੇਂ ਲੱਖੋਵਾਲ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਤਾਂ ਬਿਜਲੀ ਚਾਹੀਦੀ ਹੈ, ਸਰਕਾਰ ਜਿਵੇਂ ਮਰਜ਼ੀ ਦੇਵੇ, ਔਰ ਗੱਲ ਜਮਾਂ ਹੁਣ 9 ਤੇ ਆਈ ਖੜੀ ਹੈ ਵੀ ਅੱਜੇ ਚਾਹੀਦੀ ਹੈ, ਤੇ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਉਸ ਹਿਸਾਬ ਨਾਲ ਇਹ ਲੱਗਦਾ ਕਿ ਅਸੀਂ ਇਸ ਚੀਜ਼ ਨੂੰ ਮੈਨੇਜ ਕਰ ਪਾਵਾਂਗੇ ਜਾਂ ਬੈਲੈਂਸ ਕਰ ਪਾਵਾਂਗੇ, ਕਿਉਂਕਿ ਜ਼ਰੂਰੀ ਹੈ ਔਰ ਜਿਹੜੇ ਦੂਸਰੇ ਲੋਕ ਨੇ ਉਹਨਾਂ ਦਾ ਵੀ ਉਨਾ ਹੀ ਹੱਕ ਹੈ, ਉਹਨਾਂ ਨੂੰ ਵੀ ਦੇਣੀ ਉਸੇ ਹਿਸਾਬ ਨਾਲ ਜ਼ਰੂਰੀ ਹੈ ਜਿੰਨਾ ਜਿਹੜੇ 6-6 ਘੰਟੇ ਦੇ ਕੱਟ ਸ਼ਹਿਰਾਂ 'ਚ ਵੀ ਚੱਲ ਰਹੇ ਆ। ਸਰ ਇਹ ਤਾਂ ਨਾ ਹੁਣ ਉਹ ਗੱਲ ਹੋ ਗਈ ਕਿ ਆਈ ਕੁੜੀ ਦੀ ਜਾਨ, ਹੈਲੋ ਤੇ ਬਿੰਨੋ ਕੰਨ, ਹਾਂ ਬਿੰਨੋ ਕੁੜੀ ਦੇ ਕੰਨ ਜੀ। ਤੇ ਹੁਣ ਇਹ ਮਤਲਬ ਕਿ ਐਟ ਏ ਟਾਈਮ ਤਾਂ ਇਹ ਤਾਂ ਲੌਂਗ ਟਰਮ ਹੁੰਦਾ ਕਿ ਜੇ ਅਸੀਂ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਸੁਧਾਰਨਾ ਹੈਗਾ ਤਾਂ ਗਵਰਨਮੈਂਟ ਨੂੰ ਲੰਬੇ ਸਮੇਂ ਤੋਂ ਇਹਦੇ 'ਚ ਇੰਟਰਸਟ ਲੈਣਾ ਚਾਹੀਦਾ ਗਾ, ਤੇ ਤਾਂ ਹੀ ਜਾ ਕੇ ਜਿਹੜਾ ਸਾਡਾ ਸਿਸਟਮ ਆ
ਉਹ ਚੱਲ ਸਕਦਾ ਹੈਗਾ। ਐਟ ਏ ਟਾਈਮ ਹੁਣ ਆਪਾਂ ਕਵਾਂਗੇ ਕਿ ਕੁਝ ਹੋ ਜਾਵੇ, ਮੈਨੂੰ ਤਾਂ ਨਹੀਂ ਲੱਗਦਾ ਕਿ ਕੁਝ ਹੋ ਜਾਵੇ, ਤਾਂ ਫਿਰ ਇਹੀ ਮਤਲਬ ਆਪਣਾ ਰੋਣਾ ਧੋਣਾ ਇਦਾਂ ਹੀ ਰਹੂਗਾ ਜਿੱਥੇ ਤੱਕ ਮੇਰਾ ਖਿਆਲ ਹੈਗਾ। ਇਹ ਗਵਰਨਮੈਂਟ ਨੂੰ ਜਾਂ ਜਿੰਨੇ ਵੀ ਯੂਨੀਅਨ ਵਗੈਰਾ ਹੈਗੀਆਂ ਨੇ ਸਾਡੀਆਂ ਕਿਸਾਨ ਯੂਨੀਅਨਾਂ ਨੂੰ ਲਗਾਤਾਰ ਐਫਰਟ ਕਰਨੇ ਪੈਣੇ ਕਿ ਸਾਡੇ ਸਿਸਟਮ ਨੂੰ ਸੁਧਾਰੋ ਜੀ। ਲੱਖੋਵਾਲ ਸਾਹਿਬ, ਅਸੀਂ ਹਰੇਕ ਸਾਲੇ ਸਾਡੀ ਬਿਜਲੀ ਬੋਰਡ ਮੀਟਿੰਗ ਸੱਦਦਾ ਰਿਹਾ ਪਿਛਲੇ ਸਾਲਾਂ 'ਚ, ਪਰ 2 ਸਾਲ ਹੋ ਗਏ ਇਹਨਾਂ ਨੇ ਸਾਡੀ ਕੋਈ ਮੀਟਿੰਗ ਨਹੀਂ ਸੱਦੀ। ਸਾਤੋਂ ਸੁਝਾਅ ਲੈਂਦਾ ਹੁੰਦਾ ਸੀ ਬਿਜਲੀ ਬੋਰਡ ਵੀ ਕਿੱਥੇ ਕਮੀਆਂ ਨੇ, ਅਸੀਂ ਸਾਰੀ ਟੀਮ ਆਪਦੇ ਸਾਰੇ ਜਥੇਬੰਦੀਆਂ ਇਹਨਾਂ ਨੂੰ ਦੱਸਦੇ ਹੁੰਦੇ ਸੀ, ਪਰ ਸਾਨੂੰ ਕੋਈ ਮੀਟਿੰਗ ਨਹੀਂ ਸੱਦੀ। ਹੁਣ ਇੱਕੋ ਇੱਕ ਇਹਦਾ ਹੱਲ ਆ, ਇੰਡਸਟਰੀ ਨੂੰ ਨਾਗਾਵਾਈ ਕੱਟ ਲਾਉਣ ਇਹ, ਕਿਉਂਕਿ ਹਫ਼ਤੇ 10 ਦਿਨ ਦੇ ਵਿੱਚ ਮੌਨਸੂਨ ਆ ਜਾਣੀ ਆ, ਫਿਰ ਸਾਡੇ ਕੋਲ ਘਟ ਜਾਣਾ ਪਾਣੀ ਦਾ। ਹੁਣ ਇਹਦਾ ਕੋਈ ਹੱਲ ਨਹੀਂ ਹੈਗਾ, ਇਹਨੂੰ ਸੁਧਾਰ ਇਹਨਾਂ ਨੂੰ ਕਰਨਾ ਚਾਹੀਦਾ। ਸਾਨੂੰ ਫੌਰੀ ਤੌਰ ਤੇ ਬਿਜਲੀ ਜਿਹੜੀ ਟਿਊਬਲਾਂ ਨੂੰ ਦੇਣੀ ਚਾਹੀਦੀ ਹੈ। ਸੁਹੇਜ ਸਾਹਿਬ ਜੀ ਜੀ, ਜਿਹੜੇ ਦੇਖੋ ਕਿਸੇ ਹਿਸਾਬ ਨਾਲ ਤੇ ਸੋਲੂਸ਼ਨ ਕੱਢਣਾ ਪੈਣਾ। ਬਿਲਕੁਲ ਕੱਢਣਾ ਪੈਣਾ ਜੀ। ਜਿਵੇਂ ਲੱਖੋਵਾਲ ਸਾਹਿਬ ਕਹਿ ਰਹੇ ਨੇ, ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰ ਕਿਸਾਨਾਂ ਨੂੰ ਇਸ ਵੇਲੇ ਬਿਜਲੀ ਦੀ ਲੋੜ ਹੈਗੀ ਹੈ ਤੇ ਸਰਕਾਰ ਹੈਗੀ ਹੈ ਉਹ ਜ਼ਿੰਮੇਵਾਰ ਹੈਗੀ ਹੈ ਬਿਜਲੀ ਪ੍ਰੋਵਾਈਡ ਕਰਨ ਦੀ, ਤਾਂ ਕਿ ਝੋਨੇ ਦੀ ਜਿਹੜੀ ਬਿਜਾਈ ਹੈਗੀ ਹੈ ਫਸਲ ਦੀ ਲੇਟ ਨਾ ਹੋਵੇ। ਇਸ ਕਰਕੇ ਬਿਲਕੁਲ ਸਰਕਾਰ ਇਸ ਪਾਸੇ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤੇ ਥੋੜੇ ਦਿਨ ਤੁਸੀਂ ਦੇਖੋਗੇ ਸਾਨੂੰ ਬਿਜਲੀ ਜਿੱਥੋਂ ਮਰਜ਼ੀ ਲੈਣੀ ਪਵੇ, ਬਾਹਰੋਂ ਲਈਏ, ਪ੍ਰਾਈਵੇਟ ਹੋਰ ਜਿਹੜੇ ਬਾਹਰ ਹੈਗੇ ਆ ਜਾਂ ਨੈਸ਼ਨਲ ਗ੍ਰਿਡ ਤੋਂ ਜਿੱਥੋਂ ਵੀ ਲੈਣੀ ਹੈ ਉਹ ਲੈ ਕੇ ਇਹ ਅਸੀਂ ਬਿਜਲੀ ਜਿਹੜੀ ਹੈਗੀ ਹੈ ਪੂਰੀ ਦੇਵਾਂਗੇ। ਜੋ ਵੀ ਸਟੈਪਸ ਲੈਣੇ ਪਏ, ਜੋ ਕਦਮ ਚੁੱਕਣੇ ਪੈਣਗੇ, ਲੋੜ ਹੋਏਗੀ ਉਹ ਚੁੱਕ ਕੇ ਅਸੀਂ ਜਿਹੜੀ ਹੈਗੀ ਹੈ ਉਹ ਪੂਰੀ ਕਰਾਂਗੇ, ਬਿਜਲੀ ਪੂਰੀ ਕਰਾਂਗੇ ਤੇ ਇਹ ਸਾਡੀ ਜ਼ਿੰਮੇਵਾਰੀ ਹੈਗੀ ਹੈ, ਇਹ ਪੂਰੀ ਨਿਭਾਵਾਂਗੇ ਜ਼ਿੰਮੇਵਾਰੀ। ਜੀ ਜੀ ਸੁਹੇਜ ਸਾਹਿਬ, ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜਿਹੜੀ ਗੱਲ ਭੁੱਲਰ ਸਾਹਿਬ ਕਰ ਰਹੇ ਸੀ ਹੁਣੇ, ਜਾਂ ਜੋ ਮੈਂ ਇਹਨਾਂ ਨੂੰ ਪੁੱਛਿਆ ਕਿ 5 ਵਜੇ ਤੋਂ ਲੈ ਕੇ ਸ਼ਾਮ ਨੂੰ ਅਗਲੇ ਦਿਨ 9 ਵਜੇ ਤੱਕ ਤਾਂ ਜਿਹੜੇ ਸੀਨੀਅਰ ਅਧਿਕਾਰੀ ਨੇ ਆਪਣੇ ਫੋਨ ਹੀ ਸਵਿਚ ਆਫ ਕਰ ਦਿੰਦੇ ਨੇ। ਉਹਨਾਂ ਦੀਆਂ ਮੰਗਾਂ ਬਹੁਤ ਸਾਰੀਆਂ ਨੇ, ਸੋ ਘੱਟੋ ਘੱਟ ਜਿਹੜੀਆਂ ਇਸ ਤਰ੍ਹਾਂ ਦੀਆਂ ਦਿੱਕਤਾਂ ਨੇ ਜਿਨ੍ਹਾਂ ਨੂੰ ਸਰਕਾਰ ਇਮੀਡੀਏਟਲੀ ਸੌਰਟ ਆਊਟ ਕਰ ਸਕਦੀ ਹੈ ਜਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਘੱਟੋ ਘੱਟ ਇਹ ਚੀਜ਼ਾਂ ਤਾਂ, ਜੇ ਸਾਡੇ ਲਾਈਟ ਚਲੀ ਗਈ ਤੇ ਅਸੀਂ ਫੋਨ ਕਿਹਨੂੰ ਕਰੀਏ, ਇਸ ਚੀਜ਼ ਦੀ ਸਮਝ ਨਹੀਂ ਆ ਰਹੀ। ਇਹ ਗੱਲ ਵੀ ਉਨੀ ਹੀ ਇੰਪੋਰਟੈਂਟ ਹੈਗੀ ਹੈ। ਉਹਨਾਂ ਦਾ ਵੀ ਜਿਹੜਾ ਹੈਗਾ ਬਹੁਤ ਜਲਦੀ ਜੀ ਉਹ ਫੈਸਲਾ ਜਿਹੜਾ ਹੈਗਾ ਉਹਨਾਂ ਨਾਲ ਗੱਲਬਾਤ ਕਰਕੇ ਬੈਠ ਕੇ ਜਿਹੜਾ ਹੈਗਾ ਇਹ ਸੁਲਝਾਇਆ ਜਾਏਗਾ, ਮਸਲਾ ਇਹ ਵੀ ਸੁਲਝਾਇਆ ਜਾਏਗਾ, ਕਿਉਂਕਿ ਜਦੋਂ ਤੱਕ ਇਹ ਮਸਲਾ ਨਹੀਂ ਸੁਲਝਦਾ ਉਦੋਂ ਤੱਕ ਫਿਰ ਪ੍ਰੋਪਰ ਜਿਹੜੀ ਹੈਗੀ ਹੈ ਉਹ ਬਿਜਲੀ ਦੀ ਸਪਲਾਈ ਉਹਨਾਂ ਨੇ ਕਰਨੀ ਹੈ, ਉਹੀ ਬੰਦੇ ਨੇ ਸਪਲਾਈ ਕਰਨ ਵਾਲੇ, ਅਗਰ ਉਹ ਕੰਮ ਨਹੀਂ ਕਰਨਗੇ ਸਪਲਾਈ ਕਿਵੇਂ ਹੋਏਗੀ ਫਿਰ। ਸੋ ਇਹ ਵੀ ਜਿਹੜਾ ਮੁੱਦਾ ਹੈਗਾ, ਇਹ ਵੀ ਜਿਹੜਾ ਨਾਲ ਇਹਦਾ ਫੈਸਲਾ ਜਿਹੜਾ ਹੈਗਾ। ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਪਿਛਲੇ 4 ਸਾਲਾਂ ਦੇ ਵਿੱਚ ਅਸੀਂ ਆਪਣੇ ਸਿਸਟਮ ਨੂੰ ਦਰੁਸਤ ਕਰ ਪਾਏ? ਨਹੀਂ, ਦੇਖੋ ਕਮੀਆਂ ਜਿਹੜੀਆਂ ਰਹਿ ਜਾਂਦੀਆਂ, ਲੇਕਿਨ ਸਿਸਟਮ ਦੇ ਵਿੱਚ ਕਾਫੀ ਕੁਝ ਕਰਨ ਵਾਲਾ ਹੈਗਾ। ਬਿਜਲੀ ਬੋਰਡ ਨੂੰ ਜਿਹੜਾ ਹੈਗਾ ਪੈਸੇ ਦੀ ਬਹੁਤ ਲੋੜ ਹੈਗੀ ਹੈ, ਜਿਵੇਂ ਫਾਲਟੀ ਮੀਟਰ ਚੇਂਜ ਕਰਨੇ ਹੈਗੇ, ਲਾਈਨਾਂ ਚੇਂਜ ਕਰਨੀਆਂ, ਇਹ ਵੱਡੀ ਇਨਵੈਸਟਮੈਂਟ ਹੈਗੀ ਹੈ। ਮੈਂ ਪੁੱਲਰ ਸਾਹਿਬ ਦੀ ਗੱਲ ਨਾਲ ਕਿਤੇ ਸਰ ਸਿਸਟਮ ਜਿਵੇਂ ਲੱਖੋਵਾਲ ਸਾਹਿਬ ਕਹਿ ਰਹੇ ਹੈ, ਸੁਹੇਜ ਸਾਹਿਬ ਜਿਵੇਂ ਲੱਖੋਵਾਲ ਸਾਹਿਬ ਕਹਿ ਰਹੇ ਹੈ ਵੀ ਪਹਿਲਾਂ ਮੀਟਿੰਗਾਂ ਹੁੰਦੀਆਂ ਸੀ, ਕਿਸਾਨਾਂ ਨੂੰ ਪੁੱਛਿਆ ਜਾਂਦਾ ਸੀਗਾ ਵੀ ਤੁਹਾਡੀ ਕਿੱਥੇ ਕਿੱਥੇ ਪ੍ਰੋਬਲਮ ਹੈ, ਕਿੱਥੇ ਕਿੱਥੇ ਅਸੀਂ 2 ਸਾਲਾਂ ਤੋਂ ਮੀਟਿੰਗ ਹੀ ਨਹੀਂ ਹੋਈ। ਚਲੋ ਉਹ ਠੀਕ ਹੈ, ਉਹ ਕਿਤੇ ਖਾਮੀ ਰਹਿ ਗਈ ਹੋਏਗੀ, ਲੇਕਿਨ ਜੋ ਭੁੱਲਰ ਸਾਹਿਬ ਦੀ ਵੀ ਗੱਲ ਕਰ ਰਹੇ ਸੀ ਇੱਥੇ ਕਿ ਉਹ ਜਿਹੜੇ ਬਠਿੰਡੇ ਵਾਲਾ ਜਿਹੜਾ ਸਰਕਾਰੀ ਪਲਾਂਟ ਸੀਗਾ ਇੱਕ ਸਾਡਾ ਤੇ ਇੱਕ ਰੋਪੜ ਵਾਲੇ ਯੂਨਿਟਾਂ ਜਿਹੜੇ ਪਲਾਂਟ ਦੇ ਬੰਦ ਕੀਤੀਆਂ ਨੇ, ਇਹ ਸਾਰੀਆਂ ਕਿਉਂ ਬੰਦ ਕਰਨੀਆਂ ਪਈਆਂ, ਕਿਉਂ ਨਹੀਂ ਚੱਲ ਰਹੀਆਂ? ਕਿ ਅਗਰ ਅਸੀਂ ਉਹਨਾਂ ਨੂੰ ਵੀ ਚਲਾਵਾਂਗੇ ਉਹ ਫੁੱਲ ਕਪੈਸਿਟੀ ਤੇ ਚੱਲਣਗੇ ਤਾਂ ਵਾਇਬਲ ਨੇ, ਅਗਰ ਉਹਨਾਂ ਨੂੰ ਫੁੱਲ ਕਪੈਸਿਟੀ ਚਲਾਵਾਂਗੇ ਤਾਂ ਜਿਹੜੇ ਇਹ ਪ੍ਰਾਈਵੇਟ ਪਲਾਂਟਸ ਨੇ ਇਹਨਾਂ ਨੂੰ ਸਾਨੂੰ ਬਿਨਾਂ ਬਿਜਲੀ ਖਰੀਦਿਆ ਪੈਸੇ ਦੇਣੇ ਪੈਣਗੇ, ਫਿਕਸ ਚਾਰਜ ਦੇਣੇ ਅਸੀਂ। ਸੋ ਇਹ ਸਾਰੀ ਜਿਹੜੀ ਕਰੀ ਕਿਤਰੀ ਹੈਗੀ ਅਕਾਲੀ ਦਲ ਨੇ ਇਹ ਪੰਜਾਬ ਦੇ ਲੋਕਾਂ ਦੇ ਗਲ ਪਾਇਆ ਹੈ। ਚਲੋ ਇੱਕ ਵੱਖਰਾ ਬਹਿਸ ਦਾ ਮੁੱਦਾ ਹੈ, ਪਰ ਅੱਜ ਤਾਂ ਜਿਹੜੀ ਮੁਸੀਬਤ ਸਿਰ ਤੇ ਖੜੀ ਹੈ ਸੁਹੇਜ ਸਾਹਿਬ, ਉਹਨੂੰ ਅਸੀਂ ਠੀਕ ਕਰਾਂਗੇ। ਦੀਆਂ ਲੜਾਈਆਂ ਤੇ ਚੱਲਦੀਆਂ ਰਹਿੰਦੀਆਂ, ਪਰ ਕੁਰਸੀ ਤਾਂ ਹੀ ਮਿਲੂਗੀ ਜੇ ਲੋਕਾਂ ਦੇ ਮਸਲੇ ਹੱਲ ਹੋਣਗੇ। ਨਹੀਂ, ਉਹਨੂੰ ਠੀਕ ਕਰਾਂਗੇ ਜੀ। ਆਪਸ ਦੇ ਵਿੱਚ ਲੜਨਾ ਹੀ ਨਹੀਂ ਪੈਂਦਾ। ਹੁਣ ਜਿਹੜੀਆਂ ਦਿੱਲੀ ਤੱਕ ਲੜਾਈਆਂ ਚੱਲੀ ਜਾਂਦੀਆਂ, ਜੇ ਆਪਾਂ ਉਸ ਸਿਸਟਮ ਨੂੰ ਦਰੁਸਤ ਕਰਾਂਗੇ ਤਾਂ ਕੁਰਸੀ ਮਿਲ ਜੇਗੀ। ਨਹੀਂ, ਬਰਾੜ ਸਾਹਿਬ ਨੂੰ ਬਿਲਕੁਲ ਹੁਣੇ ਠੀਕ ਕਰ ਦਿਆਂਗੇ। ਦੇਖੋ ਬਿਜਲੀ ਅਸੀਂ ਜ਼ਰੂਰ ਦੇਵਾਂਗੇ, ਜਿੱਥੋਂ ਮਰਜ਼ੀ ਲੈ ਜੋ ਮਰਜ਼ੀ ਕਰੀਏ। ਇਹ ਮੁੱਖ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਇਸ ਕਰਕੇ ਜਿਹੜੇ ਹੈਗੇ ਉਹ ਸੰਗਿਆਨ ਲਿਆ। ਬਲਟੋਆ ਸਾਹਿਬ ਤੁਹਾਡਾ ਆਖਰੀ ਕਮੈਂਟ ਲੈਣਾ ਮੈਂ ਛੋਟਾ ਫਿਰ ਲੱਖੋਵਾਲ ਸਾਹਿਬ ਤੋਂ ਔਰ ਭੁੱਲਰ ਸਾਹਿਬ ਤੋਂ ਮੈਂ ਵਾਈਂਡ ਅਪ ਕਰਨਾ। ਬਲਟੋਆ ਸਾਹਿਬ ਬਹੁਤ ਛੋਟਾ ਜਿਹਾ ਕਮੈਂਟ ਆਖਰੀ। ਦੇਖੋ ਵਿਜੇ ਜੀ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ 879 ਮੈਗਾਵਾਟ ਬਿਜਲੀ ਜਿਹੜੀ ਹੈ ਪੰਜਾਬ ਸਟੇਟ ਜਿਹੜੀ ਹੈ ਬਾਹਰੀ ਰਾਜਾਂ ਤੋਂ ਅੱਜ ਖਰੀਦ ਰਹੀ ਹੈ। ਹਾਲਾਤ ਇਹ ਪੈਦਾ ਹੋਏ ਪਏ ਨੇ ਜਿਹੜਾ ਅਸੀਂ ਪਾਵਰ ਸਰਪਲਸ ਸੂਬਾ ਕਹਿੰਦੇ 13,500 ਸਾਡੀ ਅੱਜ ਦੀ ਕਪੈਸਿਟੀ ਹੈਗੀ ਆ ਸਾਡੀ। ਸੌਰੀ ਫॉर ਇੰਟਰਪਸ਼ਨ, ਇਹਨਾਂ ਨੇ ਜਿਹੜਾ ਗਲਤੀ ਵੱਡੀ ਕੀਤੀ ਹੈ ਉਹ ਗਲਤ ਜਿਹੜਾ ਹੈਗਾ ਹਾਈਐਸਟ ਲੋਡ ਦਿਖਾ ਕੇ ਗਲਤ ਐਗਰੀਮੈਂਟ ਕੀਤੇ ਨੇ, ਉਹਦੇ ਵਿੱਚ ਬਹੁਤ ਵੱਡੀ ਖਾਮੀ ਛੱਡੀ ਹੋਈ ਹੈ ਵਿੱਚ। ਬਹੁਤ ਕੁਝ ਕਹਿਣ ਨੂੰ ਹੈ, ਟਾਈਮ ਥੋੜਾ ਹੈ, ਪੂਰੀ ਕਰ ਲੈਂਦੇ ਹੋਣੇ ਜੀ। ਚਲੋ ਬਹੁਤ ਘੱਟ ਸ਼ਬਦਾਂ ਚ ਬਲਟੋਆ ਸਾਹਿਬ, ਜ਼ਿਆਦਾ ਲੰਬੀ ਗੱਲ ਚ ਨਹੀਂ ਪੈਣਾ, ਬਹੁਤ ਘੱਟ ਸ਼ਬਦਾਂ ਚ ਮੇਰੀ ਬੇਨਤੀ ਇੰਨੀ ਹੈਗੀ ਆ ਜੀ
ਕਿ ਇਹ ਸਰਕਾਰ ਜਿਹੜੀ ਆ ਕੁਰਸੀ ਬਚਾਉਣ ਚ ਉਲਝੀ ਹੋਈ ਹੈ। ਕੋਈ ਕਿਸਾਨਾਂ ਦਾ ਫਿਕਰ ਨਹੀਂ, ਕਿਸੇ ਸਿਸਟਮ ਦਾ ਫਿਕਰ ਨਹੀਂ। ਔਰ ਮੈਂ ਇੱਕ ਦਾਅਵੇ ਨਾਲ ਕਹਿਣਾ ਹੈ, ਸ਼ਵੈਦ ਸਾਹਿਬ ਗੱਲ ਕਹਿੰਦੇ ਨੇ ਆ ਕਰ ਦਾਂਗੇ, ਉਹ ਕਰ ਦਾਂਗੇ, ਇਸ ਤਰ੍ਹਾਂ ਕਰ ਦਾਂਗੇ। 4.5 ਸਾਲਾਂ ਦੇ ਵਿੱਚ ਬਿਜਲੀ ਮਹਿਕਮੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸੁਧਾਰ ਕੀਤਾ ਹੋਵੇ, ਕੋਈ ਵੀ ਕੰਮ ਕੀਤਾ ਹੋਵੇ, ਇੱਕ ਜਿਸ ਤਰ੍ਹਾਂ ਲੱਖੋਵਾਲ ਸਾਹਿਬ ਨੇ ਕਿਹਾ ਹੈ ਕਿ ਇੱਕ ਟਿਊਬਲ ਕਨੈਕਸ਼ਨ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾਇਆ, ਇਹ ਸਰਕਾਰ ਹੈ ਜਿਹੜੇ ਕਿਸਾਨਾਂ ਦੇ ਨਾਂ ਤੇ ਠੱਗੀ ਮਾਰੀ ਸੀ, ਜਿਹੜੇ ਕਹਿੰਦੇ ਸਮਝਾ ਕਿਸਾਨੀ ਕਰਜ਼ਾ ਮਾਫ ਸੀ। ਮੈਂ ਸਮਾਂ ਘੱਟ ਹੈ, ਮਾਫੀ ਚਾਹਣਾ ਹੈ ਬਲਟੋਆ ਸਾਹਿਬ। ਲੱਖੋਵਾਲ ਸਾਹਿਬ ਆਖਰੀ ਕਮੈਂਟ ਤੁਹਾਡੇ ਤੋਂ ਲੈਣਾ ਹੈ। ਸਵੈਦ ਸਾਹਿਬ ਤਾਂ ਕਹਿ ਰਹੇ ਨੇ ਵੀ ਅਸੀਂ ਬੜੀ ਜਲਦੀ ਦਰੁਸਤ ਕਰ ਦਿਆਂਗੇ, ਲੱਗਦਾ ਹੈ ਹੋ ਜਾਊਗਾ? ਕੋਈ ਗੱਲਬਾਤ ਹੋ ਰਹੀ ਹੈ ਕਿਸੇ ਪੱਧਰ ਤੇ? ਮੁੱਖ ਮੰਤਰੀ ਬਿਆਨ ਦੇਣ। ਦੂਸਰਾ ਕਿਤੇ ਇਹ ਤਾਂ ਨਹੀਂ ਵੀ ਸਾਡੀ ਸਬਸਿਡੀ ਖਤਮ ਕਰਨ ਲਈ ਇਹ ਸੈਂਟਰ ਦੇ ਨਾਲ ਰਲੇ ਹੋਏ ਨੇ ਵੀ ਬਿਜਲੀ ਦਿਓ ਨਾ, ਆਪੇ ਲੋਕ ਕਹਿ ਦੇਣ ਵੀ ਸਾਡੀ ਸਬਸਿਡੀ ਖਤਮ ਕਰ ਦਿਓ, ਸਾਨੂੰ ਬਿਜਲੀ ਦੇ ਦਿਓ। ਤੀਸਰਾ ਡੀਜ਼ਲ ਦੀ ਸਾਨੂੰ ਲੋੜ ਆ, ਜਨਰੇਟਰ ਚਲਾ ਕੇ ਪਾਣੀ ਲਾ ਰਹੇ ਆ। ਇਹ ਜਿਹੜਾ ਡੀਜ਼ਲ ਦਾ ਰੇਟ ਜਿਹੜਾ ਚੰਡੀਗੜ੍ਹ ਤੇ ਹਰਿਆਣੇ ਦੇ ਬਰਾਬਰ ਕਰ ਦੇਣ। ਜਿਹੜੇ ਕਿਸਾਨ ਹਤੈਸ਼ੀ ਆ, ਅਸੀਂ ਡੀਜ਼ਲ ਕਿਉਂ ਮਹਿੰਗਾ ਬਾਲ ਰਹੇ ਆ, ਇਹ ਤਾਂ ਕਰ ਸਕਦੇ ਨੇ ਇੱਕ ਝਟਕੇ ਦੇ ਵਿੱਚ ਇਹ ਕਰ ਦੇਣ। ਇਹੀ ਬੇਨਤੀ ਕਰੂੰ, ਸਾਨੂੰ ਲੋੜ ਆ ਬੜੀ ਦਿਨਾਂ 'ਚ, ਸਾਡਾ ਝੋਨਾ ਖਤਮ ਹੋ ਰਿਹਾ, ਅਸੀਂ ਉਹਦੇ ਤੇ ਦਿਓ ਪਾਇਆ ਹੋਇਆ ਹੈ, 5-5 ਹਜ਼ਾਰ ਲੇਬਰਾਂ ਦਿੱਤੀਆਂ ਹੋਈਆਂ ਨੇ, ਉਹਨੂੰ ਬਚਾਉਣ ਲਈ ਸਾਨੂੰ ਫੌਰਨ ਬਿਜਲੀ ਦੀ ਲੋੜ ਆ। ਠੀਕ ਹੈ ਭੁੱਲਰ ਸਾਹਿਬ ਆਖਰੀ ਕਮੈਂਟ। ਸਰ ਬਿਲਕੁਲ ਜੀ, ਟੈਕਨੀਕਲ ਤਾਂ ਇਹੀ ਹੈ ਕਿ ਇੱਕ ਤਾਂ ਜਿਹੜੀ ਰੀਸਟਰਕਚਰਿੰਗ ਬਹੁਤ ਹੋਰ ਜ਼ਰੂਰੀ ਹੈ ਜੀ, ਕੀਤੀ ਜਾਵੇ। ਜਿਹੜੀਆਂ ਡਿਸਟ੍ਰੀਬਿਊਸ਼ਨ ਸਿਸਟਮਾਂ ਨੂੰ ਐਗੂਮੈਂਟ ਕਰਨਾ ਚਾਹੀਦਾ। ਔਰ ਦੂਸਰਾ ਜਿਹੜੇ ਪਲਾਂਟ ਆਪਣੇ ਕੋਲੇ ਗਵਰਨਮੈਂਟ ਨੇ ਕਰ ਦਿੱਤੇ ਨੇ ਕਿਸੇ ਵੀ ਕਾਰਨ ਕਰਕੇ, ਉਹਨਾਂ ਦੇ ਕੰਪਨਸੇਟ ਕਰਨ ਵਾਸਤੇ ਉਨੀ ਸਾਨੂੰ ਇੰਸਟਾਲਡ ਕਪੈਸਿਟੀ ਹੋਰ ਕਿਤੋਂ ਨਾ ਕਿਤੋਂ ਉਹਦਾ ਅਰੇਂਜ ਕਰਨਾ ਚਾਹੀਦਾ। ਠੀਕ ਹੈ, ਹਾਂਜੀ ਬਿਲਕੁਲ। ਤੇ ਬਾਕੀ ਜਿਹੜੇ ਪ੍ਰਾਈਵੇਟ ਨਾਲ ਸਮਝੌਤੇ ਕੀਤੇ ਨੇ, ਉਹ ਗਵਰਨਮੈਂਟ ਵੈਸੇ ਕਹਿ ਰਹੀ ਹੈ ਕਿ ਅਸੀਂ ਰਿਵਿਊ ਕਰਾਂਗੇ। ਉਹ ਪ੍ਰਾਈਵੇਟ ਥਰਮਲ ਤਾਂ 2 ਇਹਨਾਂ ਨੂੰ ਵੇਚਣ ਨੂੰ ਵੀ ਤਿਆਰ ਸੀ, ਉਹ ਨਹੀਂ ਖਰੀਦ ਸਕੇ। ਉਹਨਾਂ ਦੀ ਕੀਮਤ ਅਸੀਂ ਹਰ ਸਾਲ 9000 ਕਰੋੜ ਰੁਪਇਆ ਦੇ ਰਹਾਂਗੇ। ਜੇ ਉਹਨਾਂ ਨੂੰ ਖਰੀਦ ਲੈਣ ਤਾਂ ਉਹ ਜਿਹੜਾ ਸਾਡੇ ਕੋਲ ਫਿਕਸ ਚਾਰਜ ਦੇਣ ਦੀ ਗੱਲ ਹੈਗੀ ਆ, ਉਹ ਸਾਡੇ ਗਲੋਂ ਲੱਗ ਸਕਦੀ ਹੈਗੀ। ਠੀਕ ਹੈ। ਔਰ ਇਸ ਵੇਲੇ ਭੁੱਲਰ ਸਾਹਿਬ ਜਿਹੜੇ ਹੁਣ EMPLOYE ਨਾਰਾਜ਼ ਨੇ, ਜਿਹੜੇ ਸੀਨੀਅਰ ਅਧਿਕਾਰੀ ਨਾਰਾਜ਼ ਨੇ, ਕਿ ਉਹਨਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ? ਉਹ ਕਿਉਂਕਿ ਉਹ ਵੀ ਤਾਂ ਇੱਕ ਪੈਰਲਲ ਹੀ ਸਮੱਸਿਆ ਓਡੀ ਵੱਡੀ। ਜੇ ਕੱਲ ਨੂੰ ਤੁਸੀਂ ਕਿਸੇ ਕੋਲੇ ਸ਼ਿਕਾਇਤ ਹੀ ਨਹੀਂ ਕਰ ਸਕਦੇ ਵੀ ਸਾਡੀ ਆ ਬਿਜਲੀ ਖਰਾਬ ਹੋ ਗਈ, ਤੇ ਓਡੀ ਵੱਡੀ ਪ੍ਰੋਬਲਮ ਉਹ ਵੀ ਬਰਾਬਰ ਦੀ ਖੜੀ ਹੋ ਜਾਂਦੀ ਹੈ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਦੇ ਲੈਵਲ ਦੀ। ਬਿਲਕੁਲ ਸਰ, ਇਹੋ ਜੀ ਕੋਈ ਗੱਲ ਨਹੀਂ ਕਿ ਮੇਰੇ ਖਿਆਲ 'ਚ ਕੋਈ ਇੰਜੀਨੀਅਰ ਐਸੋਸੀਏਸ਼ਨ ਜੋ ਵੀ ਐਜੀਟੇਸ਼ਨ ਹੋ ਰਿਹਾ ਹੈਗਾ, ਜੇ ਗਵਰਨਮੈਂਟ ਉਹਨਾਂ ਨੂੰ ਕੋਈ ਭਰੋਸਾ ਦੇਵੇ ਕਿ ਅਸੀਂ ਡੈਫੀਨਿਟਲੀ ਤੁਹਾਡਾ ਜਿਹੜਾ ਮਸਲਾ ਹੈ ਹੱਲ ਕਰ ਦੇਵਾਂਗੇ, ਤੇ ਉਹ ਬਕਾਇਦਾ ਆਪਣਾ ਕੰਮ ਸ਼ੁਰੂ ਕਰਨਗੇ। ਠੀਕ ਹੈ। ਧੰਨਵਾਦ ਸਾਰੇ ਮਹਿਮਾਨਾਂ ਦਾ ਜੀ, ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਦੇ ਲਈ। ਤਾਂ ਇੱਕ ਚੀਜ਼ ਜ਼ਰੂਰ ਇਸ ਦੇ ਵਿੱਚੋਂ ਸਾਫ਼ ਨਿਕਲ ਕੇ ਆਈ ਹੈ ਕਿ ਬਿਜਲੀ ਦੀ ਕਮੀ ਓਨੀ ਨਹੀਂ ਹੈ ਜਿੰਨਾ ਸਿਸਟਮ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਚਾਹੇ ਡਿਸਟ੍ਰੀਬਿਊਸ਼ਨ ਸਿਸਟਮ ਹੋਵੇ, ਟਰਾਂਸਮਿਸ਼ਨ ਸਿਸਟਮ ਹੋਵੇ, ਔਰ ਪਾਵਰਕਾਮ ਦੇ ਵਿੱਚ ਜੋ ਕਮੀਆਂ ਨੇ, ਚਾਹੇ ਉਹਨਾਂ ਦੇ ਕਰਮਚਾਰੀਆਂ ਦੀ ਕਮੀ ਹੈ, EMPLOYEES ਦੀ ਕਮੀ ਹੈ, ਨਵੀਆਂ ਭਰਤੀਆਂ ਨੂੰ ਲੈ ਕੇ ਤੁਰੰਤ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਆਏ ਵਾਰ ਜਦੋਂ ਜ਼ਰੂਰਤ ਪੈਂਦੀ ਹੈ, ਜਾਂ ਜਿਵੇਂ ਪੰਜਾਬੀ 'ਚ ਕਹਿੰਦੇ ਆ ਜਦੋਂ ਸਿਰ ਤੇ ਪੈਂਦੀ ਹੈ, ਉਦੋਂ ਫਿਰ ਸਾਰੇ ਪਾਸੇ ਸ਼ੋਰ ਮਚ ਜਾਂਦਾ। ਉਦੋਂ ਫਿਰ ਸਾਰੇ ਜਿਹੜੇ ਮੁੱਦੇ ਆ ਉਹ ਇੱਕਦਮ ਵੱਡੇ ਬਣ ਕੇ ਸਾਹਮਣੇ ਆ ਜਾਂਦੇ ਆ, ਤੇ ਜਦੋਂ ਉਹ ਸਮਾਂ ਨਿਕਲ ਜਾਂਦਾ ਉਦੋਂ ਅਸੀਂ ਫਿਰ ਉਸ ਚੀਜ਼ ਤੋਂ ਅਵੇਸਲੇ ਹੋ ਜਾਂਦੇ ਹਾਂ। ਇਸ ਕਰਕੇ ਹਮੇਸ਼ਾ ਹੀ ਸਰਕਾਰਾਂ ਨੂੰ ਚੁਸਤ ਦਰੁਸਤ ਰਹਿਣ ਦੀ ਜ਼ਰੂਰਤ ਹੈ। ਅੱਜ ਦੀ ਇਸ ਡਿਬੇਟ 'ਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਜਾਰੀ ਰਹੇਗਾ।